ਸੁਖਮਨੀ ਸਾਹਿਬ ਦੇ ਪਾਠ ਉਪਰੰਤ ਪਾਵਨ ਪਵਿੱਤਰ ਬਾਣੀ ਦੇ ਸ਼ਬਦ ਕੀਰਤਨ ਆਪ ਜੀ ਨੇ ਸ਼ਰਵਣ ਕੀਤੇ ਹਨ। ਉਪਰੰਤ ਸਮਾਂ ਹੋਇਆ ਹੈ ਗੁਰੂ ਕੀਆਂ ਵਿਚਾਰਾਂ ਦਾ, ਗੁਰਮਤਿ ਵਿਚਾਰਾਂ ਦਾ। ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ 400 ਸਾਲਾ ਪਾਵਨ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇਤਿਹਾਸਕ ਵਿਚਾਰਾਂ ਦੀ ਇੱਕ ਲੜੀ ਆਰੰਭੀ ਗਈ ਹੈ। ਪਿਛਲੇ ਹਫ਼ਤੇ ਵੀ ਆਪ ਜੀ ਨੇ ਵਿਚਾਰਾਂ ਸ਼ਰਵਣ ਕੀਤੀਆਂ ਸਨ। ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਗੱਦੀ 'ਤੇ ਸੁਭਾਈਮਾਨ ਹੋਣ ਤੱਕ ਦੇ ਸਮੇਂ ਸੰਬੰਧੀ ਉਸ ਤੋਂ ਅਗਲੇਰੀਆਂ ਕੁਝ ਵਿਚਾਰਾਂ ਅੱਜ ਆਪਾਂ ਸਾਂਝੀਆਂ ਕਰਨੀਆਂ ਹਨ। ਸਮਾਂ ਥੋੜ੍ਹਾ ਹੈ ਔਰ ਸਮੇਂ 'ਚ ਰਹਿ ਕੇ ਵਿਚਾਰ ਦੀ ਸਾਂਝ ਪਾਵਾਂਗੇ। ਸਭ ਤੋਂ ਪਹਿਲਾਂ ਮਨ ਬਿਰਤੀਆਂ ਇਕਾਗਰ ਕਰੋ, ਤਨ ਕਰਕੇ ਮਨ ਕਰਕੇ ਸਾਵਧਾਨ ਹੋਵੋ। ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵੈਸੇ ਉਹ ਇਤਿਹਾਸਕ ਦਿਹਾੜਾ ਵੀ ਹੈ ਜਿਸ ਦਿਨ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ ਦੇ ਸੁਭਾਈਮਾਨ ਹੋਏ ਸਨ। ਔਰ ਅੱਜ ਦੇ ਹੀ ਦਿਨ ਦਿੱਲੀ ਵਿਖੇ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀਆਂ ਨੇ ਸਰੀਰ ਰੂਪੀ ਚੋਲਾ ਛੱਡਿਆ ਸੀ। ਇਹ ਬਚਨ ਕਹੇ ਸਨ, ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਣ ਗੁਰ ਸੰਗਤ ਸਗਲ ਸੰਭਾਲੇ। ਬਕਾਲੇ ਭਾਵੇਂ 22 ਮੰਜੀਦਾਰਾਂ ਨੇ ਆਪਣੀਆਂ ਆਪਣੀਆਂ ਮੰਜੀਆਂ ਲਗਾ ਕੇ ਤੇ ਆਪਣੇ ਆਪ ਨੂੰ ਗੁਰੂ ਸਾਬਤ ਕਰਨ ਦਾ ਬੜਾ ਯਤਨ ਕੀਤਾ, ਪਰ ਗੁਰੂ ਮਹਾਰਾਜ ਜੀ ਦੇ ਸੱਚੇ ਸਿਦਕਵਾਨ ਸਿੱਖ ਭਾਈ ਮੱਖਣ ਸ਼ਾਹ ਸਤਿਗੁਰਾਂ ਤੱਕ ਵੀ ਪਹੁੰਚੇ ਔਰ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸਿੱਖ ਸੰਗਤਾਂ ਦੇ ਸਾਹਮਣੇ ਵੀ ਪ੍ਰਗਟ ਕੀਤਾ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਉਹ ਜਗ੍ਹਾ ਗੁਰੂ ਕਿਆਂ ਸਿੱਖਾਂ ਨੇ ਲੱਭ ਲਈ ਜਿੱਥੇ ਗੁਰੂ ਸੁਭਾਈਮਾਨ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪ੍ਰਗਟ ਹੋਏ। ਬੇਸ਼ੱਕ ਧੀਰਮਲ ਵਰਗਿਆਂ ਨੇ, ਕੁਝ ਹੋਰ ਗੁਰੂ ਘਰ ਦੇ ਦੋਖੀਆਂ ਨੇ ਬੜੇ ਤਰ੍ਹਾਂ ਦੀਆਂ ਚਾਲਾਂ ਚੱਲੀਆਂ, ਪਰ ਗੁਰੂ ਮਹਾਰਾਜ ਜੀ ਦੀ ਵਡਿਆਈ ਨੂੰ ਰੋਕ ਨਾ ਸਕੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਬਕਾਲੇ ਤੋਂ ਪ੍ਰਗਟ ਹੋਏ, ਸਭ ਤੋਂ ਪਹਿਲਾਂ ਮਹਾਰਾਜ ਅੰਮ੍ਰਿਤਸਰ ਸਾਹਿਬ ਵਿਖੇ ਗਏ, ਪਰ ਉੱਥੇ ਮਸੰਦਾਂ ਦਾ ਕਬਜ਼ਾ ਸੀ। ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਆਉਣ ਦੀ ਜਦੋਂ ਖਬਰ ਸੁਣੀ ਤੇ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ ਕਿ ਜੇ ਗੁਰੂ ਮਹਾਰਾਜ ਆ ਕੇ ਪੱਕੇ ਇੱਥੇ ਬਹਿ ਗਏ ਫਿਰ ਸਾਡੀ ਦੁਕਾਨਦਾਰੀ ਕਿੱਦਾਂ ਚੱਲੇਗੀ। ਰਹਿੰਦੇ ਵੇਖੋ ਹਰਿਮੰਦਰ ਸਾਹਿਬ ਸਨ, ਪਰ ਭਾਵਨਾ ਨਹੀਂ ਸੀ, ਕੇਵਲ ਮਾਇਆ ਤੱਕ ਬਿਰਤੀ ਸੀਮਤ ਸੀ। ਮਹਾਰਾਜ ਗਏ, ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਸਨ। ਸਤਿਗੁਰੂ ਨੇ ਥੜਾ ਸਾਹਿਬ ਵਾਲੇ ਅਸਥਾਨ ਤੇ ਦੀਵਾਨ ਲਗਾਇਆ। ਉਥੋਂ ਫਿਰ ਸੰਗਤ ਸਮੇਤ ਮਹਾਰਾਜ ਵੱਲੇ ਪਿੰਡ ਚਲੇ ਗਏ। ਉਥੋਂ ਦੀਆਂ ਸੰਗਤਾਂ ਨੇ ਬੜੀ ਭਾਵਨਾ ਦੇ ਨਾਲ, ਭੈਣਾਂ ਬੀਬੀਆਂ ਮਾਈਆਂ ਨੇ ਸੇਵਾ ਕੀਤੀ। 2-3 ਬਖਸ਼ਿਸ਼ਾਂ ਮਹਾਰਾਜ ਨੇ ਉੱਥੇ ਕਰਦਿਆਂ, ਇੱਕ ਤੇ ਕਿਹਾ ਵੱਲਾ ਗੁਰੂ ਕਾ ਡੱਲਾ, ਦੂਜੇ ਨੰਬਰ ਤੇ ਮਾਈਆਂ ਰੱਬ ਰਜਾਈਆਂ ਸਿਮਰਨ ਲਾਈਆਂ ਦੇ ਬਚਨ ਸਤਿਗੁਰੂ ਨੇ ਉੱਥੇ ਕੀਤੇ। ਉੱਥੋਂ ਫਿਰ ਭਾਵੇਂ ਭਾਈ ਮੱਖਣ ਸ਼ਾਹ ਮਸੰਦਾਂ ਨੂੰ ਲੈ ਕੇ ਗੁਰੂ ਮਹਾਰਾਜ ਦੇ ਸਾਹਮਣੇ ਆਏ। ਉਹਨਾਂ ਨੇ ਮੁਆਫੀ ਵੀ ਮੰਗੀ। ਸਤਿਗੁਰੂ ਕਹਿਣ ਲੱਗੇ, ਨੈ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ। ਸਤਿਗੁਰੂ ਕਹਿਣ ਲੱਗੇ, ਹੁਣ ਅਸੀਂ ਇੱਧਰ ਵਾਪਸ ਨਹੀਂ ਜਾਣਾ। ਉੱਥੋਂ ਮਹਾਰਾਜ ਬਕਾਲੇ ਗਏ, ਫਿਰ ਕੀਰਤਪੁਰ ਸਾਹਿਬ ਗਏ। ਫਿਰ ਸਤਿਗੁਰਾਂ ਨੇ ਮਾਖੋਵਾਲ ਪਿੰਡ ਦੀ ਜ਼ਮੀਨ ਖਰੀਦੀ ਹੈ ਜਿੱਥੇ ਅੱਜ ਕੱਲ੍ਹ ਆਨੰਦਪੁਰ ਸਾਹਿਬ ਹੈ। ਉਹ ਨਗਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਵਸਾਇਆ। ਇਹਦਾ ਪਹਿਲਾ ਨਾਮ ਸੀ ਚੱਕ ਨਾਨਕੀ। ਮਾਤਾ ਨਾਨਕੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਹਨ। ਉਹਨਾਂ ਦੇ ਨਾਂ ਤੇ ਇਸ ਨਗਰ ਦਾ ਨਾਮ ਰੱਖਿਆ ਗਿਆ।
ਬਾਅਦ 'ਚ ਇਸ ਜਗ੍ਹਾ ਦਾ ਨਗਰ ਦਾ ਨਾਮ ਸ਼੍ਰੀ ਅਨੰਦਪੁਰ ਸਾਹਿਬ ਕਰਕੇ ਪ੍ਰਚਲਿਤ ਹੋਇਆ। ਕੁਝ ਸਮਾਂ ਅਨੰਦਪੁਰ ਸਤਿਗੁਰੂ ਰਹੇ ਹਨ। ਉਦੋਂ ਬਾਅਦ ਫਿਰ ਮਹਾਰਾਜ ਸਿੱਖੀ ਦੇ ਪ੍ਰਚਾਰ ਦੇ ਲਈ ਅਨੰਦਪੁਰ ਸਾਹਿਬ ਤੋਂ ਬਾਹਰ ਨਿਕਲੇ ਹਨ। ਇੱਕ ਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਸੀ, ਔਰ ਦੂਜੇ ਨੰਬਰ ਤੇ ਬਹੁਤ ਸਾਰੇ ਸਿੱਖਾਂ ਸੇਵਕਾਂ ਦੀਆਂ ਭਾਵਨਾਵਾਂ ਸਨ ਜਿਹੜੀਆਂ ਗੁਰੂ ਨੇ ਪੂਰੀਆਂ ਕਰਨੀਆਂ ਸਨ। ਅਨੰਦਪੁਰ ਸਾਹਿਬ ਤੋਂ ਸਤਿਗੁਰੂ ਚੱਲ ਕੇ ਤੇ ਮਾਲਵੇ ਦੇ ਇਲਾਕੇ ਦੇ ਵਿੱਚ ਕਾਫੀ ਵਿਚਰੇ ਹਨ। ਮਾਲਵੇ ਦੇ ਇਲਾਕੇ 'ਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਹੁਤ ਅਸਥਾਨ ਹਨ। ਪਟਿਆਲਾ ਦੁੱਖ ਨਿਵਾਰਨ ਸਾਹਿਬ, ਮੋਤੀ ਬਾਗ ਵਾਲੀ ਜਗ੍ਹਾ ਤੇ ਬਹਾਦਰਗੜ੍ਹ ਸਤਿਗੁਰਾਂ ਨੇ ਚਰਨ ਪਾਏ। ਇਸੇ ਤਰ੍ਹਾਂ ਤਮਤਾਨ ਨਗਰ, ਉੱਥੇ ਸਤਿਗੁਰੂ ਨੇ ਚਰਨ ਪਾਏ। ਇੱਕ ਸਿੱਖ ਜਿਹਦਾ ਨਾਮ ਭਾਈ ਰਾਮਦੇਵ ਦਿਨ ਰਾਤ ਪਾਣੀ ਹੀ ਵਰਤਾਈ ਜਾਂਦਾ ਸੀ, ਸਿਰ ਤੇ ਪਾਣੀ ਦੀ ਗਾਗਰ ਰੱਖ ਕੇ। ਉਹਦੇ ਸਿਰ 'ਚ ਪਾਣੀ ਦੀ ਗਾਗਰ ਹਰ ਵਕਤ ਰੱਖਣ ਕਰਕੇ ਜ਼ਖਮ ਵੀ ਬਣ ਗਏ ਸਨ। ਜਦੋਂ ਮਹਾਰਾਜ ਨੂੰ ਪਤਾ ਲੱਗਿਆ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੇ ਕੋਲ ਸੱਦਿਆ, ਸਿੱਖ ਨੂੰ ਗਲੇ ਲਗਾ ਕੇ ਨਿਵਾਜਿਆ ਤੇ ਬਚਨ ਕੀਤੇ, ਭਾਈ ਸਿੱਖਾ, ਤੂੰ ਤੇ ਪਾਣੀ ਦਾ ਮੀਂਹ ਵਰਾ ਦਿੱਤਾ ਹੈ। ਅੱਜ ਤੋਂ ਬਾਅਦ ਤੇਰਾ ਨਾਮ ਰਾਮਦੇਵ ਨਹੀਂ ਹੈ, ਤੂੰ ਤੇ ਸਾਡਾ ਮੀਂਹਾ ਹੈ ਜਿਹੜਾ ਹਰ ਵਕਤ ਮੀਂਹ ਪਵਾਉਂਦਾ ਹੈ। ਤੇ ਉਹ ਸਿੱਖ ਦਾ ਨਾਮ ਹੀ ਭਾਈ ਮੀਂਹਾ ਪੈ ਗਿਆ। ਇਸੇ ਤਰ੍ਹਾਂ ਭਿੱਖੀ ਦੇ ਨੇੜੇ ਮਾਲਵੇ ਦੇ ਵਿੱਚ ਹੀ ਇੱਕ ਪਿੰਡ ਹੈ ਗੰਡੂਆ। ਇੱਥੇ ਇੱਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦਾ ਸਿੱਖ ਰਹਿੰਦਾ ਸੀ, ਜਿਹੜੇ ਸਿੱਖ ਦੀ ਭਾਵਨਾ ਸੀ ਕਿ ਮੈਂ ਮੈਦਾਨੇ ਜੰਗ ਦੇ ਵਿੱਚ ਲੜਦਿਆਂ ਹੋਇਆਂ ਸ਼ਹੀਦ ਹੋਵਾਂ। ਭਾਈ ਮੁਗਲੂ ਜੰਗਾਂ ਦੇ ਵਿੱਚ ਉਹ ਸਿੱਖ ਨੇ ਬੜੀ ਵਾਰੀ ਹਿੱਸਾ ਲਿਆ, ਪਰ ਸ਼ਹੀਦ ਹੋਣ ਦਾ ਸਮਾਂ ਨਾ ਬਣਿਆ। ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਉਹਨੇ ਬੇਨਤੀ ਕੀਤੀ, ਮਹਾਰਾਜ ਮੈਂ ਚਾਹੁੰਦਾ ਸੀ ਮੈਦਾਨੇ ਜੰਗ 'ਚ ਸ਼ਹੀਦ ਹੋਵਾਂ, ਪਰ ਜੋ ਵਾਹਿਗੁਰੂ ਦੀ ਰਜ਼ਾ, ਕਿਉਂਕਿ ਜੰਮਣਾ ਮਰਨਾ ਉਸ ਵਾਹਿਗੁਰੂ ਦੇ ਹੱਥ ਹੈ, ਸ਼ਹਾਦਤ ਵੀ ਭਾਗਾਂ ਸਿਰ ਮਿਲਦੀ ਹੈ। ਹੁਣ ਮੇਰੀ ਇੱਕ ਇੱਛਾ ਹੈ ਕਿ ਜਦੋਂ ਮੇਰੀ ਜ਼ਿੰਦਗੀ ਦਾ ਅਖੀਰਲਾ ਸਵਾਸ ਨਿਕਲਣ ਦਾ ਸਮਾਂ ਹੋਵੇ ਤੇ ਮੇਰਾ ਸੀਸ ਗੁਰੂ ਸਾਹਿਬ ਜੀ ਤੁਹਾਡੀ ਗੋਦ ਦੇ ਵਿੱਚ ਹੋਣਾ ਚਾਹੀਦਾ, ਗੁਰੂ ਦੀ ਗੋਦ 'ਚ ਹੋਣਾ ਚਾਹੀਦਾ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਸਿੱਖਾ ਤੂੰ ਭਰੋਸਾ ਰੱਖੀ, ਇਦਾਂ ਹੀ ਹੋਏਗਾ। ਇਹ ਸਿੱਖ ਭਾਈ ਮੁਗਲੂ ਬਜ਼ੁਰਗ ਹੋ ਗਿਆ, ਇਹਦਾ ਅਖੀਰਲਾ ਸਮਾਂ ਸੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਜੋਤ ਹੁਣ 9ਵੇਂ ਸਰੀਰ ਦੇ ਵਿੱਚ ਸੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਮਾਲਵੇ ਦੇ ਪਿੰਡ ਗੰਡੂਆ 'ਚ ਗਏ ਹਨ। ਸਿੱਖ ਦੇ ਘਰ ਦਾ ਦਰਵਾਜ਼ਾ ਖੜਕਾਇਆ, ਔਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦੀਦਾਰ ਕਰਕੇ ਭਾਈ ਮੁਗਲੂ ਨਿਹਾਲ ਹੋਇਆ। ਸਤਿਗੁਰਾਂ ਦੀ ਸੁਭਾਗ ਗੋਦ ਭਾਈ ਮੁਗਲੂ ਨੂੰ ਮਿਲੀ, ਔਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਹੋਇਆਂ ਤੇ ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹਦੀ ਭਾਵਨਾ ਪੂਰੀ ਕੀਤੀ ਹੈ। ਬੜਿਆਂ ਦੀਆਂ ਭਾਵਨਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਪੂਰੀਆਂ ਕੀਤੀਆਂ, ਬਲਕਿ ਸਭ ਦੀਆਂ ਭਾਵਨਾਵਾਂ ਪੂਰੀਆਂ ਕਰਨ ਵਾਲੇ ਨੇ ਸਭ ਥਾਈਂ ਹੋਏ ਸਹਾਈ। ਪਟਨਾ ਸਾਹਿਬ ਦੇ ਨੇੜੇ ਇੱਕ ਨਗਰ ਹੈ ਸਸਰਾਮ। ਇੱਥੋਂ ਦਾ ਰਹਿਣ ਵਾਲਾ ਸੀ ਸਿੱਖ ਭਾਈ ਫੱਗੂ, ਬੜਾ ਪਿਆਰ ਵਾਲਾ ਸਿੱਖ। ਇਹ ਸਿੱਖ ਨੇ ਘਰ ਬਣਾਇਆ ਤੇ ਸਾਧ ਸੰਗਤ ਉਸ ਘਰ ਦਾ ਦਰਵਾਜ਼ਾ ਇਹ ਸਿੱਖ ਨੇ ਬੜਾ ਵੱਡਾ ਬੜਾ ਉੱਚਾ ਲਗਾਇਆ। ਹਾਲਾਂਕਿ ਬਾਕੀ ਸ਼ਹਿਰ ਦੇ ਵਿੱਚ ਨਗਰ ਦੇ ਵਿੱਚ ਕਿਸੇ ਦਾ ਘਰ ਦਾ ਦਰਵਾਜ਼ਾ ਬੂਹਾ ਏਡਾ ਵੱਡਾ ਨਹੀਂ ਸੀ। ਸਿੱਖਾਂ ਪੁੱਛਿਆ, ਭਾਈ ਫੱਗੂ ਜੀ, ਇਹ ਘਰ ਦਾ ਦਰਵਾਜ਼ਾ ਏਡਾ ਵੱਡਾ ਕਿਉਂ ਲਗਾਇਆ? ਤੁਸੀਂ ਕਿਹੜਾ ਇਹਦੇ ਚੋਂ ਊਠ ਲੰਘਾਉਣੇ ਹਨ? ਇਹ ਸਿੱਖ ਕਹਿਣ ਲੱਗਾ, ਮੇਰੇ ਮਨ 'ਚ ਭਰੋਸਾ ਹੈ ਕਿ ਇੱਕ ਦਿਨ ਮੇਰੇ ਗੁਰੂ ਨੇ ਮੇਰੇ ਘਰ ਆਉਣਾ ਹੈ। ਮੈਂ ਨਹੀਂ ਚਾਹੁੰਦਾ ਹਾਂ ਕਿ ਜਿਸ ਦਿਨ ਮੇਰਾ ਗੁਰੂ ਮੇਰੇ ਘਰ ਆਵੇ ਤੇ ਮੇਰੇ ਗੁਰੂ ਨੂੰ ਮੇਰੇ ਘਰ 'ਚ ਆਉਣ ਦੇ ਲਈ ਘੋੜੇ ਤੋਂ ਹੇਠਾਂ ਉਤਰਨਾ ਪਵੇ। ਮੈਂ ਘਰ ਦਾ ਦਰਵਾਜ਼ਾ ਪਹਿਲਾਂ ਹੀ ਏਡਾ ਵੱਡਾ ਲਗਾਇਆ ਹੈ ਕਿ ਮੇਰਾ ਗੁਰੂ ਘੋੜੇ ਸਮੇਤ ਘਰ 'ਚ ਸਤਿਗੁਰੂ ਪਹੁੰਚਣ, ਤੇ ਘਰ 'ਚ ਮੈਂ ਮਹਾਰਾਜ ਦੇ ਬੈਠਣ ਦੇ ਲਈ ਥੜਾ ਵੀ ਬਣਾਇਆ ਹੈ। ਤੇ ਸਿੱਖਾਂ ਕਹਿਣਾ, ਭਾਈ ਫੱਗੂ, ਮਹਾਰਾਜ ਕਿੱਥੇ? ਪੰਜਾਬ ਕਿੱਥੇ ਆ ਬਿਹਾਰ, ਇੰਨੀ ਦੂਰ ਸਤਿਗੁਰੂ ਕਿੱਥੇ ਆਉਣਾ ਹੈ? ਪਰ ਸਿੱਖ ਦੇ ਅੰਦਰ ਭਰੋਸਾ ਸੀ, ਉਹਨੇ ਦਿਨ ਰਾਤ ਗੁਰੂ ਦੇ ਚਰਨਾਂ 'ਚ ਅਰਦਾਸਾਂ ਕਰਨੀਆਂ।
ਪ੍ਰਭ ਕੀਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵੈਂਗੇ, ਹਉ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹਿ ਕਬ ਗਲ ਲਾਵੈਂਗੇ। ਉਹ ਦਿਨ ਆਣ ਬਣਿਆ। ਗੁਰੂ ਤੇਗ ਬਹਾਦਰ ਮਹਾਰਾਜ ਮਾਲਵੇ 'ਚ ਪ੍ਰਚਾਰ ਕਰਨ ਤੋਂ ਬਾਅਦ ਇੱਧਰ ਬਾਹਰ ਪ੍ਰਚਾਰ ਦੇ ਲਈ ਨਿਕਲੇ ਹਨ, ਪੰਜਾਬ ਤੋਂ ਬਾਹਰ। ਚਲਦਿਆਂ ਚਲਦਿਆਂ ਮਹਾਰਾਜ ਸਸਰਾਮ ਨਗਰ ਵਿਖੇ ਪਹੁੰਚੇ ਤੇ ਜਿਸ ਤਰ੍ਹਾਂ ਦੀ ਭਾਵਨਾ ਸੀ ਭਾਈ ਫੱਗੂ ਦੀ, ਐਨ ਬਿਨ ਉਸੇ ਤਰ੍ਹਾਂ ਘੋੜੇ ਤੇ ਅਸਵਾਰ ਹੋ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਉਸ ਸਿੱਖ ਦੇ ਘਰ ਪਹੁੰਚੇ ਔਰ ਸਿੱਖ ਦੀਆਂ ਭਾਵਨਾਵਾਂ ਨੂੰ ਪੂਰੀਆਂ ਕੀਤਾ। ਥੜਾ ਸਾਹਿਬ ਤੇ ਮਹਾਰਾਜ ਜਾ ਕੇ ਬਿਰਾਜੇ। ਭਾਈ ਫੱਗੂ ਨਦਰੋ ਨਦਰੀ ਨਿਹਾਲ ਹੋਇਆ ਤੇ ਇਹ ਪ੍ਰਚਾਰਕ ਸੀ, ਸੰਗਤਾਂ ਦੀਆਂ ਸੇਵਾਵਾਂ ਭਿਟਾਵਾਂ ਇਕੱਠੀਆਂ ਕਰਕੇ ਗੁਰੂ ਘਰ ਪਹੁੰਚਾਉਂਦਾ ਸੀ। ਮਹਾਰਾਜ ਕਹਿਣ ਲੱਗੇ, ਲਿਆ ਸਿੱਖਾ ਗੁਰੂ ਘਰ ਦੀਆਂ ਅਮਾਨਤਾਂ। ਤੇ ਜਿੰਨੀ ਮਾਇਆ ਕੋਈ ਗੁਰੂ ਘਰ ਦੀ ਭਾਈ ਸਾਹਿਬ ਦੇ ਕੋਲ ਸੀ, ਉਹਨੇ ਸਾਰਾ ਕੁਝ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਭੇਟ ਕਰ ਦਿੱਤਾ। ਹੱਥ ਜੋੜੇ ਮਹਾਰਾਜ ਕਹਿਣ ਲੱਗੇ, ਨਹੀਂ ਅਜੇ ਕੁਝ ਰਹਿੰਦਾ ਹੈ, ਉਹ ਵੀ ਲਿਆ ਕੇ ਭੇਟ ਕਰ। ਭਾਈ ਫੱਗੂ ਹੱਥ ਜੋੜ ਕਹਿਣ ਲੱਗਾ, ਮਹਾਰਾਜ ਮੈਂ ਆਪਣੀ ਇਮਾਨਦਾਰੀ ਦੇ ਨਾਲ ਜੋ ਕੁਝ ਵੀ ਗੁਰੂ ਘਰ ਦਾ ਤਿਲ ਫੁੱਲ ਸੀ ਤੁਹਾਡੇ ਚਰਨਾਂ 'ਚ ਰੱਖ ਦਿੱਤਾ ਜੀ, ਪਰ ਸਿੱਖ ਹਾਂ, ਭੁੱਲਣਹਾਰ ਹਾਂ। ਜੇ ਕੁਝ ਭੁੱਲ ਗਿਆ ਹਾਂ ਤੇ ਆਪ ਮੰਗ ਕੇ ਲੈ ਲਵੋ। ਤੇ ਗੁਰੂ ਮਹਾਰਾਜ ਕਹਿਣ ਲੱਗੇ, ਭਾਈ ਫੱਗੂ ਸਾਰਾ ਕੁਝ ਭਾਵੇਂ ਤੂੰ ਭੇਟ ਕਰ ਦਿੱਤਾ, ਪਰ ਸਾਡੀ ਬੇਰੀ ਦੇ ਬੇਰ ਭੇਟ ਨਹੀਂ ਕੀਤੇ। ਭਾਈ ਸਾਹਿਬ ਨੇ ਬੇਰੀ ਤੋਂ ਬੇਰ ਤੋੜ ਕੇ ਲਿਆਂਦੇ, ਮਹਾਰਾਜ ਨੂੰ ਭੇਟ ਕੀਤੇ। ਸਤਿਗੁਰੂ ਕਹਿਣ ਲੱਗੇ, ਸਾਰੀਆਂ ਸੰਗਤਾਂ ਨੂੰ ਦੱਸ ਇਹਦੇ ਪਿੱਛੇ ਕੀ ਘਟਨਾ ਹੈ। ਉਹ ਇਹ ਭਾਈ ਫੇਰੂ, ਭਾਈ ਫੱਗੂ ਦਸਵੰਧ ਦੀ ਮਾਇਆ ਲੈਣ ਦੇ ਲਈ ਇੱਕ ਪਿੰਡ ਗਿਆ ਸੀ ਤੇ ਸਿੱਖ ਦੇ ਘਰ ਦਾ ਦਰਵਾਜ਼ਾ ਖੜਕਾ ਕੇ ਉਹਨੇ ਕਿਹਾ ਕਿ ਗੁਰੂ ਘਰ ਦੀ ਦਸਵੰਧ ਦੀ ਸੇਵਾ ਲੈਣ ਦੇ ਲਈ ਆਇਆ ਹਾਂ, ਜੋ ਤਿਲ ਫੁੱਲ ਦੇਣਾ ਮੇਰੀ ਝੋਲੀ 'ਚ ਪਾ ਦੇਵੋ। ਤੇ ਉਹ ਸਿੱਖ ਘਰ ਨਹੀਂ ਸੀ, ਉਹਦੀ ਘਰ ਵਾਲੀ ਸਿੱਖਣੀ ਘਰ ਸੀ। ਕਹਿਣ ਲੱਗੀ, ਘਰ ਨਹੀਂ ਹਨ ਸਰਦਾਰ ਜੀ, ਤੁਸੀਂ ਬਾਅਦ 'ਚ ਆਇਓ। ਤੇ ਕਹਿਣ ਲੱਗੇ ਕਿ ਭੈਣੇ ਮੈਂ ਬੜੀ ਦੂਰੋਂ ਚੱਲ ਕੇ ਆਇਆ, ਦੁਬਾਰਾ ਆਉਣਾ ਔਖਾ ਹੈ, ਜੋ ਕੁਝ ਵੀ ਹੈ ਤੂੰ ਮੇਰੀ ਝੋਲੀ 'ਚ ਪਾ ਦੇ। ਤੇ ਉਸ ਬੀਬੀ ਨੇ ਖਿੱਝ ਕੇ ਝਾੜੂ ਫੇਰਦੀ ਪਈ ਸੀ, ਕੂੜਾ ਸੀ ਤੇ ਕੂੜੇ ਦੀ ਬੁੱਕ ਭਰ ਕੇ ਭਾਈ ਸਾਹਿਬ ਦੀ ਝੋਲੀ 'ਚ ਪਾ ਦਿੱਤੀ, ਇਹੀ ਹੈ, ਲੈ ਕੇ ਚਲੇ ਜਾਓ। ਇਹ ਗੁਰੂ ਕੇ ਸਿੱਖ ਨੇ ਸਤਨਾਮ ਵਾਹਿਗੁਰੂ ਕਹਿੰਦਿਆਂ ਉਹ ਆਪਣੀ ਝੋਲੀ 'ਚ ਪਵਾਇਆ, ਲੈ ਕੇ ਘਰ ਆਇਆ। ਉਸ ਕੂੜੇ ਨੂੰ ਫੋਲਿਆ, ਉਹਦੇ ਚੋਂ ਇੱਕ ਬੇਰ ਦੀ ਗਿਟਕ ਨਿਕਲੀ ਸੀ। ਉਹ ਗਿਟਕ ਘਰ ਦੇ ਇੱਕ ਪਾਸੇ ਭਾਈ ਸਾਹਿਬ ਨੇ ਬੀਜ ਦਿੱਤੀ, ਜਿਹੜਾ ਬਾਅਦ 'ਚ ਦਰਖਤ ਬਣ ਗਿਆ ਤੇ ਹੁਣ ਉਹਦੇ ਤੇ ਬੇਰ ਲੱਗੇ ਹੋਏ ਸਨ। ਮਹਾਰਾਜ ਨੂੰ ਭਾਈ ਸਾਹਿਬ ਨੇ ਸਾਰੀ ਗੱਲ ਦੱਸੀ, ਸੰਗਤ ਨੂੰ ਦੱਸੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ, ਧੰਨ ਗੁਰੂ ਕਿਆ ਸਿੱਖਾ ਤੂੰ, ਧੰਨ ਤੇਰੀ ਭਾਵਨਾ, ਧੰਨ ਤੇਰੀ ਹਲੀਮੀ। ਝੋਲੀਆਂ 'ਚ ਕੂੜੇ ਪਵਾਉਣੇ ਕੋਈ ਸੌਖੀ ਗੱਲ ਹੈ? ਕੋਈ ਇੱਕ ਉੱਚਾ ਬੋਲ ਬੋਲ ਦਵੇ ਬੰਦਾ ਤਾਂ ਜਰ ਨਹੀਂ ਪਾਉਂਦਾ ਹੈ, ਪਰ ਧੰਨ ਹੈ ਤੂੰ। ਤੇ ਅੱਗੋਂ ਇਹ ਗੁਰੂ ਕਾ ਸਿੱਖ ਕਹਿਣ ਲੱਗਾ, ਮਹਾਰਾਜ ਜੇ ਗੱਲ ਛੇੜ ਹੀ ਲਈ ਹੈ ਤੇ ਮੇਰੀ ਇੱਕ ਬੇਨਤੀ ਹੈ ਕਿ ਆਪ ਆਪਣਿਆਂ ਸਿੱਖਾਂ ਤੇ ਇੰਨੀਆਂ ਰਹਿਮਤਾਂ ਬਖਸ਼ਿਸ਼ਾਂ ਵਰਤਾਵੋ ਕਿ ਕਿਸੇ ਨੂੰ ਗਰੀਬੀ ਦੇ ਦੁੱਖ ਕਰਕੇ ਕਿਸੇ ਦੀ ਝੋਲੀ 'ਚ ਕੂੜਾ ਨਾ ਪਾਉਣਾ ਪਵੇ। ਮਹਾਰਾਜ ਕਹਿਣ ਲੱਗੇ, ਧੰਨ ਹੈ ਸਿੱਖਾ। ਸਤਿਗੁਰਾਂ ਨੇ ਨਿਹਾਲ ਕੀਤਾ। ਮਹਾਰਾਜ ਫਿਰ ਪਟਨੇ ਗਏ, ਜਿੱਥੇ ਦਸਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਅਸਾਮ ਦੇ ਵਿੱਚ ਪ੍ਰਚਾਰ ਦੇ ਲਈ ਗਏ। ਉਦੋਂ ਬਾਅਦ ਫਿਰ ਵਾਪਸ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਏ ਨੇ। ਜਦੋਂ ਔਰੰਗਜ਼ੇਬ ਨੇ ਜ਼ੁਲਮ ਦੀ ਇੰਤਹਾ ਕੀਤੀ ਹੋਈ ਹੈ ਔਰ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਂਦਾ ਪਿਆ ਹੈ, ਕਸ਼ਮੀਰ ਵਾਲੇ ਪਾਸੇ ਖੂਨ ਦੀਆਂ ਨਦੀਆਂ ਉਹ ਵਹਾਉਂਦਾ ਪਿਆ ਸੀ, ਉਹ ਸਮਾਂ ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਸ਼ਮੀਰੀ ਪੰਡਤਾਂ ਦੀ ਬਾਹ ਫੜ ਕੇ ਤੇ ਉਹਨਾਂ ਦੇ ਧਰਮ ਨੂੰ ਬਚਾਇਆ। ਬੇਸ਼ੱਕ ਆਪਣਾ ਬਲਿਦਾਨ, ਆਪਣੀ ਕੁਰਬਾਨੀ ਉਹਨਾਂ ਨੂੰ ਦੇਣੀ ਪਈ ਹੈ। ਬੜੀਆਂ ਬਖਸ਼ਿਸ਼ਾਂ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀਆਂ। ਆਪਾਂ ਜਿੰਨਾ ਸਮਾਂ ਮਰਜੀ ਸਤਿਗੁਰਾਂ ਦੀਆਂ ਵਡਿਆਈਆਂ ਕਰਦੇ ਰਹੀਏ, ਸਮਾਂ ਮੁੱਕ ਸਕਦਾ ਹੈ, ਸਾਡੀ ਬੋਲਣ ਦੀ ਸਮਰੱਥਾ ਮੁੱਕ ਸਕਦੀ ਹੈ, ਪਰ ਗੁਰੂ ਦੀਆਂ ਵਡਿਆਈਆਂ ਖਤਮ ਹੋਣ ਵਾਲੀਆਂ ਨਹੀਂ ਹਨ। ਇੱਕ ਵਿਦਵਾਨ ਦੇ ਬੜੇ ਪਿਆਰੇ ਬੋਲ ਨੇ, ਉਹ ਕਹਿੰਦਾ, ਤੇਰੀ ਪਨਾਹ ਮੈਂ ਆ ਕੇ ਸਭੀ ਦੁੱਖ ਦੂਰ ਹੋਤੇ ਹੈ।
हे सतगुरु तेरी वड्याई की है। तेरी पनाह में आके सभी दुख दूर होते हैं। हनेरे में भटकने वाले भी पुरनूर होते हैं। तेरे दर की ये दूर भी अक्सीर है मेरे सतगुर। तेरे हाथों में पत्थर भी कोहे नूर होते हैं। ਜਿਹਦੇ ਤੇ ਗੁਰੂ ਦਾ ਮਿਹਰ ਭਰਿਆ ਹੱਥ, ਬਖਸ਼ਿਸ਼ਾਂ ਭਰਿਆ ਹੱਥ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਰਤ ਗਿਆ, ਉਹ ਕੱਖ ਤੋਂ ਲੱਖ ਬਣ ਜਾਂਦਾ ਹੈ। ਉਹ ਫਰਸ਼ ਤੋਂ ਅਰਸ਼ ਤੇ ਪਹੁੰਚ ਜਾਂਦਾ ਹੈ। ਪਰ ਉਹਦੇ ਲਈ ਸਤਿਗੁਰਾਂ ਦੇ ਚਰਨਾਂ 'ਚ ਝੁਕ ਕੇ ਅਰਦਾਸ ਕਰਨੀ ਪੈਂਦੀ ਹੈ। ਆਪਣਾ ਆਪ ਗੁਰੂ ਨੂੰ ਸਮਰਪਿਤ ਕਰਨਾ ਪੈਂਦਾ ਹੈ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਸਭ ਦੀ ਝੋਲੀ 'ਚ ਪੈਣ। ਸਤਿਗੁਰੂ ਸਭਨਾਂ ਨੂੰ ਤੰਦਰੁਸਤੀਆਂ, ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨ। 1 ਤਰੀਕ ਨੂੰ ਸ਼ਨੀਵਾਰ ਨੂੰ ਸਤਿਗੁਰਾਂ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਹੈ। ਉਸ ਦਿਨ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੇ ਕੁਝ ਹੋਰ ਪੱਖ ਔਰ ਉਹਨਾਂ ਦੀ ਲਾ ਮਿਸਾਲ ਸ਼ਹਾਦਤ ਦੀ ਵਿਚਾਰ ਦੀ ਸਾਂਝ ਪਾਵਾਂਗੇ। ਸੋ ਆਪ ਜੀ ਨੇ ਵੱਧ ਚੜ੍ਹ ਹਾਜ਼ਰੀਆਂ ਪਰ ਸਤਿਗੁਰਾਂ ਦੀਆਂ ਖੁਸ਼ੀਆਂ ਲੈਣੀਆਂ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ।